देखो प्रभ आसरा ਦਾ ਜਿਵੇਂ ਮਿਸ਼ਨ ਹੈਗਾ ਕਿ ਜਾਨ ਹੈ ਤਾਂ ਜਹਾਨ ਹੈ, ਸਿਹਤ ਹੈ ਤਾਂ ਸੰਸਾਰ ਹੈ। ਇਸੇ ਮਿਸ਼ਨ ਨੂੰ ਮਤਲਬ ਲੈ ਕੇ ਪ੍ਰਭ ਆਸਰਾ ਸ਼ੁਰੂ ਹੋਇਆ ਹੈ ਤਾਂ ਕਿ ਸਾਡੇ ਦੇਸ਼ ਦਾ ਨਾਗਰਿਕ ਜਿਹੜਾ ਬਹੁਤ ਸਾਰੇ ਹਾਲਾਤਾਂ ਕਰਕੇ कह लो डिप्रैशन चले गया, कोई किसी होर ट्रस्टी करके, इनजस्टिस करके, टॉर्चर करके या किसी ने अपने ने वीरान थावां ते छड़ दिता तो या जे किसी का कोई दुनिया च नहीं रहा फिर वो संभाल इलाज के पुनर्वास के लिए तरसन लग गया, उन्होंने मौका नहीं मिला। उस दे लई प्रभ आसरा संस्था पिछले लगभग 19 सालों तो यतनशील है। परमात्मा की किरपा तो आप सब समाजदार की सज्जनों के सहयोग के नाल उत्थे लगभग साढ़े कोल 2000 तो उपर नागरिक दाखल हुए हैं इस मिशन के विच ते 1350 के करीब नागरिक इंप्रूव होकर दुबारा फिर नॉर्मल जिंदगी जीने के कैपेबल बने। गिणती हुण रोज़ दिन पर दिन वध रही है। इन्हों ठीक होने के लिए सब तो वड्डी जिहड़ी सेहत सहूलत हैगी है ਉਹਦਾ ਅਸੀਂ ਕੋਸ਼ਿਸ਼ ਲੋੜੀਂਦਾ ਪ੍ਰਬੰਧ ਕੋਵਿਡ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਸਟਰੋਂਗਲੀ ਫੀਲ ਹੋਇਆ ਸਾਨੂੰ ਕਿ ਇਹਨਾਂ ਦੇ ਲਈ ਕਿ ਇੱਥੇ ਤੁਰੰਤ ਜਿਹੜੀ ਇਹਨਾਂ ਨੂੰ ਸੰਭਾਲਿਆ ਜਾ ਸਕੇ, ਠੀਕ ਹੋਣ ਦਾ ਮੌਕਾ ਮਿਲ ਸਕੇ। 24 ਘੰਟੇ ਡਾਕਟਰ ਤੇ ਫਿਰ ਡਾਇਗਨੋਸਟਿਕ ਸੈਂਟਰ, ਫਿਰ ਡਾਕਟਰਾਂ ਦੇ ਨਾਲ ਮੈਡੀਸਨ ਵਾਲੇ, ਸਾਈਕੈਟਰਿਸਟ, ਫਿਰ ਨਾਲ ਦੀ ਨਾਲ ਜਿਵੇਂ ਸਾਨੂੰ ਆਪਰੇਸ਼ਨ ਦੀ ਲੋੜ ਪੈਂਦੀ ਸੀ ਔਰਥੋ ਵਾਲਿਆਂ ਦੇ ਆਪਰੇਸ਼ਨ ਸਾਨੂੰ ਕਈ ਵਾਰ ਸਾਲ ਇੰਤਜ਼ਾਰ ਕਰਨੀ ਪਈ ਤੇ ਉਹਦੇ ਵਿੱਚ ਮਤਲਬ ਇੱਥੇ ਫਿਰ ਹੁਣ ਔਰਥੋ ਵਾਲੇ, ਸਕਿਨ ਵਾਲੇ ਸਾਰੀਆਂ ਫੈਸਿਲਿਟੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਜਿਵੇਂ ਨਿਊਰੋ ਵਾਲੀ ਉਹ ਸ਼ੁਰੂ ਕੀਤੀਆਂ ਹੈਗੀਆਂ ਤੇ ਨਾਲ ਡੈਂਟਿਸਟ ਜਿਹੜੇ ਹੈਗੇ ਮਤਲਬ ਉਹ ਵੀ ਡੇਲੀ ਜਿਹੜੇ ਆ 9 ਤੋਂ 5 ਸੇਵਾਵਾਂ ਨਿਭਾਉਂਦੇ ਆ। ਤੇ ਆਈਜ਼ ਵਾਲੇ ਪਹਿਲਾਂ ਜਿਵੇਂ OT ਜਿਹੜੀ ਹੈਗੀ ਆ ਆਈਜ਼ ਦੀ, ਹੁਣ ਸਾਡੇ ਕੋਲ ਪ੍ਰੋਬਲਮ ਆਉਂਦੀ ਹੈ ਉਸੇ ਵੇਲੇ ਡਾਕਟਰ ਜਿਹੜੇ ਡਾਇਗਨੋਸ ਕਰਦੇ ਆ, ਟ੍ਰੀਟਮੈਂਟ ਤੇ ਪਾ ਦਿੰਦੇ ਆ ਤੇ ਆਪਰੇਸ਼ਨ ਕਰ ਦਿੰਦੇ ਆ। ਇਸ ਤਰੀਕੇ ਨਾਲ ਨਵੀਆਂ OT ਜਿਹੜੀਆਂ ਔਰਥੋ ਦੀਆਂ, ਗੈਨੀ ਦੀਆਂ ਤਾਂ ਮੈਡੀਸਨ ਦੀਆਂ ਇਹ ਹੁਣ ਦੁਬਾਰਾ ਹੋਰ ਸ਼ੁਰੂ ਕੀਤੀਆਂ ਜਾ ਰਹੀਆਂ ਹੈਗੀਆਂ। ਸੰਗਤ ਦੀ ਲੋੜ ਤੇ ਖਾਸ ਜਿਹੜੇ ਬੇਬਸ ਤੇ ਲਾਚਾਰ ਨਾਗਰਿਕ ਹੈ ਜਿਨ੍ਹਾਂ ਨੂੰ ਮੈਂ ਫਿਰ ਰਿਪੀਟ ਕਰ ਰਿਹਾ ਵੀ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ ਤਾਂ ਕਿ ਉਹਨਾਂ ਨੂੰ ਤੁਰੰਤ ਉਹਨਾਂ ਦੀ ਸੰਭਾਲ ਹੋ ਸਕੇ, ਠੀਕ ਹੋਣ ਦਾ ਮੌਕਾ ਮਿਲ ਸਕੇ। ਤੇ ਦੂਜੇ ਹੈਗੇ ਐਮਰਜੈਂਸੀ ਹਾਲਾਤਾਂ ਵਿੱਚ ਨਾਗਰਿਕ ਦੀਆਂ ਜਾਨਾਂ ਬਚਾਉਣ ਦੇ ਲਈ ਇਲਾਕਾ ਨਿਵਾਸੀਆਂ ਦੀਆਂ। ਤੀਜੀ ਹੈਗੀ ਹੈ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਲੋੜਵੰਦ ਨਾਗਰਿਕ ਹੈਗੇ ਆ ਉਹਨਾਂ ਨੂੰ ਜੈਨੂਅਨ ਰੇਟ ਤੇ ਕਹਿ ਲਓ ਵੀ ਜਿਹਨਾਂ ਨੂੰ ਚੈਰੀਟੇਬਲ ਆਪਾਂ ਕਹਿੰਦੇ ਨੇ, ਰੀਅਲ ਸੈਂਸ ਚੈਰੀਟੇਬਲ ਬੇਸ ਤੇ ਉਹ ਇੱਕ ਜਿਹੜਾ ਲੋੜੀਂਦੀ ਸਹੂਲਤ ਮਿਲ ਸਕੇ। ਆਪਾਂ ਗੱਲ ਕਰੀਏ ਜਿਹੜੇ ਪ੍ਰਾਈਵੇਟ ਹਸਪੀਟਲ ਆ, ਇੱਕ ਮਾਮੂਲੀ ਜਿਹੇ ਆਪਰੇਸ਼ਨ ਜੇ ਆਪਾਂ ਪੱਥਰੀ ਦੇ ਆਪਰੇਸ਼ਨ ਦੀ ਗੱਲ ਕਰੀਏ 40-40 ਹਜ਼ਾਰ ਰੁਪਏ ਜਿਹੜੀ ਹੈ ਉਹ ਲਗਾ ਦਿੰਦੇ ਨੇ ਚਾਰਜਿੰਗ। ਤੇ ਆਪਣਾ ਪ੍ਰਭ ਆਸਰਾ ਦੇ ਵਿੱਚ ਜੇ ਅਗਰ ਕੋਈ ਆਂਦਾ ਹੈ ਤਾਂ ਉਸ ਨੂੰ ਕਿੰਨੀ ਕਿਰਾਇਤ ਜਿਹੜੀ ਮਿਲੂਗੀ ਜੀ? ਇਹਦੇ ਵਿੱਚ ਪ੍ਰਭ ਆਸਰਾ ਦੇਖੋ ਕੱਲੀ ਚੀਜ਼ ਦੀ ਕੈਲਕੂਲੇਸ਼ਨ ਕਰਕੇ ਇਸ ਵੇਲੇ ਮੈਨੂੰ ਦੱਸਣੀ ਬਹੁਤ ਮੁਸ਼ਕਿਲ ਹੋ ਜਾਏਗੀ, ਹੈ ਨਾ। ਹਰ ਇੱਕ ਇਨਸਾਨ ਜਿਵੇਂ ਇੱਥੇ ਆਉਂਦਾ ਹੈ, ਜਿਹੜੀ ਮੈਂ ਕੈਟਾਗਰੀ ਕੀਤੀ ਹੈ ਵੀ ਤੁਹਾਨੂੰ ਡਿਵਾਈਡ ਕੀਤੀ ਹੈ ਵੀ ਪਹਿਲੀ ਗੱਲ ਤਾਂ ਜਿਹੜਾ ਬੇਬਸ ਲਾਚਾਰ ਨਾਗਰਿਕ ਹੈ ਉਹਦੇ ਲਈ ਟੋਟਲੀ ਅਨਕੰਡੀਸ਼ਨਲੀ ਸਭ ਕੁਝ ਫ੍ਰੀ। ਐਮਰਜੈਂਸੀ ਹਾਲਾਤਾਂ ਦੇ ਵਿੱਚ ਕੋਈ ਵੀ ਐਮਰਜੈਂਸੀ ਜਾਨ ਬਚਾਉਣ ਦੇ ਲਈ ਸਭ ਕੁਝ ਅਨਕੰਡੀਸ਼ਨਲੀ ਹੈ ਨਾ। ਤੇ ਤੀਜਾ ਹੈਗਾ ਜਿਹੜੇ ਕਿ ਨਾਗਰਿਕ ਆਪਣੇ ਦੂਜੇ ਹੈਗੇ ਹੈ ਲੋੜਵੰਦ ਨਾਗਰਿਕ ਹੈ ਉਹਨਾਂ ਦੇ ਲਈ ਜਿਵੇਂ ਰਜਿਸਟ੍ਰੇਸ਼ਨ ਹੈ ਇੱਥੇ 20 ਰੁਪਏ ਦੀ ਰਜਿਸਟ੍ਰੇਸ਼ਨ ਹੁੰਦੀ ਹੈ, ਉਹ ਸਿਸਟਮ 'ਚ ਪੈ ਜਾਂਦੀ ਹੈਗੀ ਆ। ਉਹਨਾਂ ਨੇ ਭਾਵੇਂ ਸਾਈਕੈਟਰਿਸਟ ਨੂੰ ਦਿਖਾਉਣਾ, ਭਾਵੇਂ ਮੈਡੀਸਨ ਵਾਲੇ ਨੂੰ ਦਿਖਾਉਣਾ, ਭਾਵੇਂ ਔਰਥੋ ਵਾਲੇ ਨੂੰ ਦਿਖਾਉਣਾ, ਭਾਵੇਂ ਕਾਰਡੀਓਲੋਜਿਸਟ ਨੂੰ ਦਿਖਾਉਣਾ, ਕਿਸੇ ਨੂੰ ਵੀ ਦਿਖਾਉਣਾ ਤੇ ਉਹਦੀ ਚੰਗੀ ਤਰ੍ਹਾਂ ਜਿਵੇਂ ਆਪਾਂ ਸ਼ਾਇਦ ਮਹਿਸੂਸ ਕਰਦੇ ਹਾਂ 500 ਰੁਪਏ ਤਾਂ ਫੀਸ ਬਾਹਰ ਹੋਣੀ ਹੋਏ 800 ਰੁਪਏ ਹੋਏਗੀ ਤੇ ਇੱਥੇ 20 ਰੁਪਏ ਨਾਲ ਹਰ ਇੱਕ ਨਾਗਰਿਕ ਜਿਹੜਾ ਹੈਗਾ ਵਿਚਾਰਾ ਭਾਵੇਂ ਜਿਹੜਾ ਰੋਜ਼ ਕਮਾ ਕੇ ਖਾਣ ਵਾਲਾ ਹੈ ਉਹ ਵੀ ਇੱਥੇ ਆਪਣੀ ਚੰਗੇ ਤਰੀਕੇ ਨਾਲ ਉਹ ਕਹਿ ਲਓ ਵੀ ਡਾਕਟਰ ਨੂੰ ਚੈੱਕ ਕਰਾ ਸਕਦੇ ਨੇ ਡਾਕਟਰਾਂ ਨੂੰ। ਤੇ ਨਾਲ ਦੀ ਨਾਲ ਜਿਹੜਾ ਜੇਕਰ ਲੋੜ ਹੈਗੀ ਟੈਸਟ ਦੀ ਤੇ ਇੱਕ ਸਾਨੂੰ ਜਿਹੜਾ ਵੱਡੇ ਪੱਧਰ ਤੇ ਸੁਣਨ ਨੂੰ ਮਿਲਦਾ ਕਿ ਬੇਲੋੜੇ ਟੈਸਟ ਲਿਖੇ ਜਾਂਦੇ ਆ, ਬੇਲੋੜਾ ਆਹ ਕੀਤਾ ਜਾਂਦਾ, ਉਹਦੇ ਲਈ ਸਾਡੇ ਸਾਰੇ ਡਾਕਟਰ ਬਹੁਤ ਹੀ ਇਸ ਚੀਜ਼ ਦੇ ਵੱਲ ਵਿਸ਼ੇਸ਼ ਧਿਆਨ ਰੱਖਦੇ ਆ ਵੀ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਉਹਦੇ ਵਿੱਚ ਨਾਗਰਿਕ ਦੀ ਜਿਹੜੀ ਲੋੜ ਹੈ ਉਸ ਦੇ ਹਿਸਾਬ ਤੇ ਇਹਨਾਂ ਨੂੰ ਡਾਇਗਨੋਸ ਦੇ ਲਈ ਕੋਈ ਅਲਟਰਾਸਾਊਂਡ ਦੀ ਲੋੜ ਪੈਂਦੀ ਹੈ, ਭਾਵੇਂ ਐਕਸਰੇ ਦੀ ਲੋੜ ਪੈਂਦੀ ਹੈ ਤੇ ਭਾਵੇਂ ਉਹਨਾਂ ਨੂੰ ਲੈਬ ਦੇ ਕਿਸੇ ਵੀ ਟੈਸਟ ਦੀ ਲੋੜ ਪੈਂਦੀ ਹੈ। ਲੋੜ ਅਨੁਸਾਰ ਉਹਨਾਂ ਦਾ ਟੈਸਟ ਕਰਦੇ ਆ ਤੇ ਫਿਰ ਡਾਇਗਨੋਸ ਕਰਕੇ ਉਹਨੂੰ ਟ੍ਰੀਟਮੈਂਟ 'ਤੇ ਪਾਉਂਦੇ ਆ ਤੇ ਬੜਾ ਹਰ ਇੱਕ ਚੀਜ਼ ਚੈਰੀਟੇਬਲ ਬੇਸ 'ਤੇ। ਇੱਕ ਵੀਰ ਜੀ ਜੋ ਮੈਡੀਸਨ ਹੈ, ਮੈਡੀਸਨ ਜਦੋਂ ਆਪਾਂ ਬਾਜ਼ਾਰ ਤੋਂ ਮੈਡੀਸਨ ਲੈਂਦੇ ਆ ਹਾਂਜੀ ਔਰ ਤੁਹਾਡੇ ਕੋਲੋਂ ਮੈਡੀਸਨ ਲੈਂਦੇ ਆ ਕਿੰਨਾ ਕੁ ਡਿਫਰੈਂਸ ਪਾਇਆ ਜਾ ਰਿਹਾ? ਇਹਦੇ ਵਿੱਚ ਤਾਂ ਮੈਨੂੰ ਲੱਗਦਾ ਜੇ ਲੈ ਕੇ ਦੇਖੋਗੇ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਤੇ ਅਸੀਂ ਇਸ ਨੂੰ ਕੋਈ ਪ੍ਰਿੰਟ ਲੈਸ ਨਹੀਂ ਕਰ ਰਹੇ। ਜਿਹੜੀ ਕਾਸਟ ਹੈਗੀ ਆ ਉਸ ਕਾਸਟ ਦੇ ਵਿੱਚ ਉਨੀ ਐਡ ਕਰ ਰਹੇ ਹਾਂ ਵੀ ਜਿਵੇਂ 7-8 ਫਾਰਮਾਸਿਸਟ ਲੱਗੇ ਹੋਏ ਆ ਤੇ ਤਾਂ ਕਿ ਉਹ ਆਪਣੇ ਬੇਸ ਤੇ ਜਿਹੜੀ ਹੈਗੀ ਹੈ ਕੋਈ ਚੀਜ਼ ਕੋਈ ਵੀ ਸੈਲਫ ਸਸਟੇਨੇਬਲ ਬਣ ਸਕੇ ਤੇ ਲੰਬੇ ਸਮੇਂ ਤੱਕ ਤੇ ਬਹੁਤ ਵੱਡੀ ਗਿਣਤੀ ਵਿੱਚ ਲੋੜਵੰਦ ਨਾਗਰਿਕਾਂ ਦੀ ਲੋੜ ਪੂਰੀ ਕਰ ਸਕੇ। ਜੇ ਆਪਾਂ ਗੱਲ ਕਰੀਏ ਪ੍ਰਭ ਆਸਰਾ ਸੰਸਥਾ ਨੂੰ ਕਿਆ ਸਰਕਾਰੀ ਮਦਦ ਮਿਲ ਰਹੀ ਆ ਜਾਂ NRI ਭਰਾ ਤੁਹਾਡੀ ਮਦਦ ਕਰ ਰਹੇ? ਬਹੁਤ ਵੱਡਾ ਜੇ ਆਪਾਂ ਗੱਲ ਕਰੀਏ ਪ੍ਰੋਜੈਕਟ ਬਹੁਤ ਵੱਡਾ ਲਾਇਆ ਕਰਾਲੀ ਦੇ ਵਿੱਚ ਵੱਡਾ ਹਸਪੀਟਲ ਨਹੀਂ ਤਾਂ ਜੋ ਸਹੂਲਤਾਂ ਤੁਸੀਂ ਦੇ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਇਹ ਸਮਾਜਦਾਰ ਦੀ ਸੱਜਣ ਜਿਹੜੇ ਆ ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਤੱਕ ਚੱਲ ਰਿਹਾ ਹੈ। ਕੋਈ ਉੱਥੇ ਫੈਕਟਰੀ ਤਾਂ ਆਪਣੀ ਹੈ ਨਹੀਂ ਜਿਹਦੇ ਨਾਲ ਆਪਾਂ ਕਹਿ ਲਓ ਇਹਨੂੰ ਚਲਾ ਰਹੇ ਹੈਗੇ ਆ। ਸਮਾਜਦਾਰ ਦੀ ਸੱਜਣ ਹੈ ਉਹ ਆਪਣੇ ਦੇਸ਼ ਦੇ ਵੀ ਹੈਗੇ, ਆਪਣੀ ਸਟੇਟ ਦੇ ਵੀ ਹੈਗੇ ਤੇ ਵਿਦੇਸ਼ਾਂ ਦੇ। ਸਰ ਕਰਮਜੀਤ ਸਿੰਘ ਗਿੱਲ ਹੋਣੀ ਤੇ ਇਹਨਾਂ ਦਾ ਸ਼ੁਰੂ ਤੋਂ ਜਦੋਂ ਪਹਿਲਾਂ 2 ਕਮਰੇ ਸ਼ੁਰੂ ਕਰੇ ਸੀ ਇੱਥੇ ਉਦੋਂ ਤੋਂ ਹੀ ਇਹ ਉੱਥੇ ਬਰੈਂਪਟਨ ਰਹਿੰਦੇ ਆ ਕੈਨੇਡਾ ਦੇ ਵਿੱਚ, ਉਦੋਂ ਦੇ ਹੀ ਲੱਗੇ ਆ। ਫਿਰ ਐਂਬੂਲੈਂਸ ਅਲੱਗ-ਅਲੱਗ ਸਮੇਂ ਅਨੁਸਾਰ ਸਰਵਿਸਿਜ਼ ਦਿੰਦੇ ਆ ਰਹੇ ਆ ਤੇ ਸਾਰੀ ਟੀਮ ਸਾਡੀ ਜਿਹੜੀ ਵੀਰ ਸਾਹਿਬ ਹੋਣੀ, ਵੀਰ ਜੀ ਹੋਣੀ ਸ਼ੁਰੂ ਤੋਂ ਹੀ ਇਹਨਾਂ ਦੀ ਡਾਇਲੌਗ ਮੈਨੂੰ ਹੁਣ ਤੱਕ ਤੁਸੀਂ ਸਾਰੇ ਜਾਣਦੇ, ਕਿਸੇ ਇੰਟਰੋਡਕਸ਼ਨ ਦੇ ਮਤਾਜ ਤਾਂ ਹੈ ਨਹੀਂ
ਕਿ ਬੜੇ ਲੰਮੇ ਸਮੇਂ ਤੋਂ ਵੀਰ ਜਸਵੀਰ ਸਿੰਘ ਜੀ ਹੋਣੀ, ਭਾਟੀਆ ਸਾਹਿਬ ਹੋਣੀ, ਸਾਰੀ ਟੀਮ ਜਿਹੜੀ ਹੈਗੀ ਹੈ, ਸਮਾਜ ਦਾ ਦਰਦ ਰੱਖਣ ਵਾਲੇ ਵੀਰ ਜੀ ਹੋਣੀ, ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸੱਜਣ ਮਾਨਵਤਾ ਦੇ ਪ੍ਰੇਮੀ ਸਮਾਜ ਦਾ ਦਰਦ ਰੱਖਣ ਵਾਲੇ, ਉਹਨਾਂ ਦੇ ਨਾਲ ਰਲ ਮਿਲ ਕੇ ਇਹ ਕੰਮ ਚੱਲ ਰਿਹਾ ਹੈਗਾ। ਤੇ ਸਰਕਾਰ ਨੂੰ ਅਸੀਂ ਕਹਿ ਰਹੇ ਹਾਂ ਵੀ ਕਿ ਸਟ੍ਰੈਟਜੀ ਬਣਾਈ ਜਾਵੇ ਤਾਂ ਜੋ ਐਮਰਜੈਂਸੀ ਹਾਲਾਤਾਂ ਵਿੱਚ ਨਾਗਰਿਕ ਦੀ ਜਾਨ ਤੁਰੰਤ ਬਚਾਈ ਜਾ ਸਕੇ। ਸਰਕਾਰ ਨੂੰ ਵੀ ਬੇਨਤੀ ਕਰ ਰਹੇ ਹਾਂ। ਜੀ ਮੇਰਾ ਨਾਮ ਕਰਮਜੀਤ ਸਿੰਘ ਗਿੱਲ ਮੇਰਾ ਨਾਮ ਆ। ਮੈਂ ਤਕਰੀਬਨ 2006 ਤੋਂ ਇਸ ਸੰਸਥਾ ਦੇ ਨਾਲ ਜੁੜਿਆ ਹਾਂ, ਸ਼ਮਸ਼ੇਰ ਸਿੰਘ ਜੀ ਉਹਨਾਂ ਨਾਲ। ਤੇ ਉੱਥੇ ਅਸੀਂ ਸਹਾਇਤਾ ਨਾਂ ਦੀ ਆਰਗੇਨਾਈਜੇਸ਼ਨ ਰਨ ਕਰਦੇ ਹਾਂ, ਜਿਹੜੀ ਕਿ ਅਮਰੀਕਾ, ਕੈਨੇਡਾ ਤੇ ਇੰਡੀਆ ਵਿੱਚ ਅਸੀਂ ਇਕੱਠੇ ਕੰਮ ਕਰਦੇ ਹਾਂ। ਅਮਰੀਕਾ, ਕੈਨੇਡਾ ਤੋਂ ਅਸੀਂ ਫੰਡ ਰੇਜ਼ ਕਰਦੇ ਹਾਂ ਤੇ ਇੰਡੀਆ ਦੇ ਵਿੱਚ ਗਰਾਊਂਡ ਲੈਵਲ ਤੇ ਅਸੀਂ ਕੰਮ ਕੀ ਕਰਦੇ ਹਾਂ। ਲੱਗਿਆ ਕਿ ਤੁਹਾਨੂੰ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਇੱਕ ਇੰਡੀਆ ਦੇ ਵਿੱਚ ਪ੍ਰਭ ਆਸਰਾ ਨਾਂ ਦੀ ਸੰਸਥਾ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਉਹਨਾਂ ਨੂੰ ਫੰਡ ਦੇ ਰਹੇ ਹੋ, ਜੀ। ਕੀ ਇਹੋ ਜਿਹਾ ਤੁਹਾਡੇ ਮਨ ਦੇ ਵਿੱਚ ਆਇਆ? ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ? मैं कहना चाहूँगा जी, एक गाने दी दो लाइनां याद आउंदियां कि जीना उसका जीना है जो औरों को जीवन देता है। ਇਹ ਗੱਲ ਸਰਦਾਰ ਸ਼ਮਸ਼ੇਰ ਸਿੰਘ ਜੀ ਤੇ ਪੂਰੀ ਢੁੱਕਦੀ ਆ ਵੀ ਅਸਲ ਜ਼ਿੰਦਗੀ ਇਹਨਾਂ ਦੀ ਆ ਜਿਹੜੇ ਦੂਸਰਿਆਂ ਨੂੰ ਜੀਵਨ ਦਿੰਦੇ ਆ। ਤੋਂ ਇਸੇ ਚੀਜ਼ ਨੂੰ ਮੁੱਖ ਰੱਖ ਕੇ ਜਦੋਂ ਮੈਂ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਸੀ 2006 ਦੇ ਵਿੱਚ, ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਨਾਲ ਜੁੜੇ ਹੋਏ। ਜਦੋਂ ਵੀ ਮੌਕਾ ਮਿਲਦਾ ਗਾਏ ਬਗਾਏ ਉੱਥੇ ਵੀ ਜਦੋਂ ਜਾਂਦੇ ਆ ਸਾਡੇ ਕੋਲ ਠਹਿਰਦੇ ਆ, ਵੱਖ-ਵੱਖ ਇਵੈਂਟ ਕਰਦੇ ਆ, ਅਸੀਂ ਫੰਡ ਰੇਜ਼ ਕਰਦੇ ਆ, ਮੀਡੀਆ ਤੇ ਟੀਵੀ ਤੇ ਰੇਡੀਓ ਤੇ ਇਹਨਾਂ ਨੂੰ ਪ੍ਰਮੋਟ ਕਰਦੇ ਆ। ਤੇ ਉਹਦੇ ਨਾਲ ਕੀ ਹੁੰਦਾ, ਇਹਨਾਂ ਨੂੰ ਬਹੁਤ ਵੱਡੀ ਸਪੋਰਟ ਮਿਲਦੀ ਆ। ਤੁਸੀਂ ਦੇਖਿਆ ਹੋਣਾ ਇੱਥੇ ਐਂਬੂਲੈਂਸ, ਬਹੁਤ ਵੱਡੀ ਐਂਬੂਲੈਂਸ ਸੀ। ਇਹਨਾਂ ਨੇ ਮੈਨੂੰ ਇੱਕ ਦੱਸਿਆ, ਕਹਿੰਦੇ ਜੀ ਮੇਰੇ ਕੋਲ ਛੋਟੀ ਐਂਬੂਲੈਂਸ ਆ, ਵੀ ਸਾਨੂੰ ਵੱਡੀ ਚਾਹੀਦੀ ਆ, ਉਹਦੇ ਲਈ ਫਿਰ ਵੱਡੀ ਅਸੀਂ ਫੰਡ ਰੇਜ਼ ਅੱਜ ਕਰਕੇ। ਪ੍ਰਭ ਆਸਰਾ ਸੰਸਥਾ ਦੇ ਵਿੱਚ ਤੁਹਾਡੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਸ਼ੁਰੂ ਹੋ ਰਿਹਾ, ਆਪਰੇਸ਼ਨ ਹੋਣੇ ਉਰੇ ਸਟਾਰਟ ਹੋ ਜਾਣੇ ਜੀ, ਬਹੁਤ ਸਹੂਲਤ ਮਿਲੂਗੀ, ਗਰੀਬਾਂ ਨੂੰ ਸਹੂਲਤ ਮਿਲੂਗੀ। ਔਰ ਇਹਨੂੰ ਦੇਖਦੇ ਹੋਏ ਆਪਣੇ ਐਨਆਰਆਈ ਭਰਾ ਜਿਹੜੇ ਹੋਰ ਵਿਦੇਸ਼ਾਂ 'ਚ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ? ਬਿਲਕੁਲ ਜੀ, ਕਿਉਂਕਿ ਅਸੀਂ ਜਦੋਂ ਬਾਹਰ ਰਹਿੰਦੇ ਹਾਂ ਨਾ, ਇੰਨੇ ਸਾਲ ਹੋ ਗਏ ਸਾਨੂੰ ਬਾਹਰ ਰਹਿੰਦੇ, ਅਸੀਂ ਦਿਮਾਗੀ ਤੌਰ ਤੇ ਜਾਂ ਮਾਨਸਿਕ ਤੌਰ ਤੇ ਹਮੇਸ਼ਾ ਇਸ ਧਰਤੀ ਨਾਲ ਜੁੜੇ ਰਹਿੰਦੇ ਹਾਂ, ਕਿਉਂਕਿ ਇੱਥੇ ਸਾਡੀਆਂ ਜੜ੍ਹਾਂ ਨੇ। ਤੇ ਉਹ ਇਸੇ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਜਿੰਨੀ ਇੱਥੋਂ ਸਾਨੂੰ ਠੰਡੀਆਂ ਹਵਾਵਾਂ ਆਉਣ, ਕੋਈ ਐਸੀ ਮਾੜੀ ਖਬਰ ਨਾ ਮਿਲੇ। ਜੇ ਕਿਸੇ ਦੀ ਜਾਨ ਬਚ ਸਕਦੀ ਹੈ ਸਾਡੇ ਥੋੜ੍ਹੇ ਜਿਹੇ ਐਫਰਟ ਕਰਨ ਨਾਲ, ਤਾਂ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ। ਦੇਖੀਏ ਸਰਦਾਰ ਸ਼ਮਸ਼ੇਰ ਸਿੰਘ ਵੀਰ ਜੀ ਦਾ ਆਪਣੀ 25 ਸਾਲ ਤੋਂ ਉਹਨਾਂ ਦਾ ਵਾਕਫ ਹੈ। ਸਕੂਲ 'ਚ ਵੀ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ। ਤੇ ਉਸ ਤੋਂ ਬਾਅਦ ਵੀਰ ਜੀ ਦਾ ਸ਼ੁਰੂ ਤੋਂ ਸੁਭਾਅ ਜਿਹੜਾ ਰੱਬੀ ਦੁਨੀਆ ਤੌਰ ਤੋਂ ਹਟ ਕੇ ਸਮਾਜ ਪ੍ਰਤੀ ਯਾਦ ਸੋਚਦੇ ਨੇ। ਇਹ ਸ਼ੁਰੂ ਤੋਂ ਵੀ ਇਹ ਜਦੋਂ ਕੈਮਿਸਟਰੀ ਦੀ ਸ਼ੌਪ ਸੀ, ਉਦੋਂ ਵੀ ਸੜਕਾਂ 'ਤੇ ਜਿਹੜੇ ਲੋਕ ਜਾਂਦੇ ਸੀ, ਜਿਹਨਾਂ ਦਾ ਕੋਈ ਸਹਾਰਾ ਨਹੀਂ ਸੀ ਹੁੰਦਾ, ਉਹਨਾਂ ਦੇ ਲਈ ਇਹ ਆਪ ਸਹਾਰਾ ਬਣ ਕੇ ਹਮੇਸ਼ਾ ਨਿਤਰੇ ਨੇ ਮੈਦਾਨ ਦੇ ਵਿੱਚ। ਤੇ ਅੱਜ ਪ੍ਰਭ ਆਸਰਾ 19 ਸਾਲ ਤੋਂ ਉੱਪਰ ਹੋ ਗਏ ਕੰਮ ਕਰਦੇ ਨੂੰ। ਤੇ ਅੱਜ ਇੱਕ ਨਵਾਂ ਉਪਰਾਲਾ ਜਿਹੜੇ ਆਪਰੇਸ਼ਨ ਥੀਏਟਰ ਚਾਲੂ ਕਰੇ ਨੇ ਇੱਥੇ, ਤੇ ਉਹਦੇ ਸੰਬੰਧ 'ਚ ਆਪਾਂ ਨੇ ਅੱਜ ਆਪਰੇਸ਼ਨ ਕੀਤੇ ਨੇ। ਹੁਣ ਅੱਜ ਸਟਾਰਟ ਹੋਣੇ ਆਪਰੇਸ਼ਨ ਥੀਏਟਰ, ਤੇ ਵੀਰ ਜੀ ਲਗਾਤਾਰ ਲੱਗੇ ਹੋਏ ਨੇ ਆਪਣੀ ਸੇਵਾਵਾਂ ਦੇ ਵਿੱਚ। ਤੇ ਹਮੇਸ਼ਾ ਕਹਿੰਦੇ ਵੀ ਇੱਦਾਂ ਹੀ ਦਿਨ ਦੁਗਣੀ ਰਾਤ ਚੌਗਣੀ ਇਹ ਸੇਵਾਵਾਂ ਆਪਣੀ ਕਰਦੇ ਨੇ ਸਮਾਜ ਦੇ ਪ੍ਰਤੀ। ਤੇ ਹੋਰ ਐਨਆਰਆਈ ਭਰਾ ਜਿਹੜੇ ਮਦਦ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ? ਐਨਆਰਆਈ ਭਰਾਵਾਂ ਨੂੰ ਇਹ ਬੇਨਤੀ ਹੈ, ਸਭ ਨੂੰ, ਮਤਲਬ ਸਾਡੇ ਦੇਸ਼ ਵਿਦੇਸ਼ ਦੇ ਜਿੰਨੇ ਵੀ ਸੱਜਣ ਮਿੱਤਰ ਨੇ, ਅਸੀਂ ਉਹਨਾਂ ਨੂੰ ਕਹਾਂਗੇ ਪ੍ਰਭ ਆਸਰਾ ਹਮੇਸ਼ਾ ਤੁਹਾਨੂੰ ਪਤਾ ਪਵਿੱਤਰਤਾ ਨਾਲ ਲੱਗਿਆ ਹੋਇਆ ਔਰ ਅੱਛੀ ਸੋਚ ਨਾਲ ਲੱਗਿਆ ਹੋਇਆ। ਇਹਦੇ 'ਚ ਕਿਤੇ ਵੀ ਮਤਲਬ ਨੀਅਤ ਸਾਫ਼ ਹੋਵੇ ਤਾਂ ਨੀਤੀਆਂ ਵਧੀਆ ਬਣ ਜਾਂਦੀਆਂ ਨੇ। ਤੇ ਬਹੁਤ ਵਧੀਆ ਤਰੀਕੇ ਨਾਲ ਵੀਰ ਜੀ ਸੇਵਾ ਕਰ ਰਹੇ ਨੇ, ਤੇ ਇਹਨਾਂ ਦਾ ਹਮੇਸ਼ਾ ਸਾਨੂੰ ਸਾਥ ਬਣਿਆ ਰਹੇਗਾ। ਧੰਨਵਾਦ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਕਰਮਜੀਤ ਸਿੰਘ ਜੀ ਗਿੱਲ ਬਰੈਂਪਟਨ ਵਾਲੇ ਆ, ਸਾਡਾ ਬਚਪਨ ਇਕੱਠੇ ਬੀਤਿਆ, ਮੇਰੇ ਪਿੰਡ ਰਹੇ ਆ ਉਦੋਂ, ਤੇ ਇਸ ਗੱਲ ਦੀ ਵੀ ਖੁਸ਼ੀ ਹੈ। ਤੇ ਉਹ ਐਨਆਰਆਈ ਤਾਂ ਹੈਗੇ ਆ, ਜੜ੍ਹਾਂ ਨਾਲ ਇੱਥੇ ਜੁੜੇ ਹੋਏ ਆ। ਐਦਾਂ ਦੇ ਲੋਕ ਬਹੁਤ ਸਾਰੇ ਹੈਗੇ ਪੂਰੀ ਦੁਨੀਆ 'ਚ ਜਿਹੜੇ ਆਪਣੇ ਦੇਸ਼ ਦੀ ਮਦਦ ਕਰਨਾ ਚਾਹੁੰਦੇ, ਸਾਡੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ। ਤੇ ਇਸ ਸੰਗਤ ਦੇ ਸਹਿਯੋਗ ਨਾਲ ਹੀ ਕੰਮ ਚੱਲ ਰਿਹਾ। ਜੇ ਆਪਾਂ ਇਸ ਇਲਾਕੇ ਦੀ ਗੱਲ ਕਰੀਏ, ਇਸ ਇਲਾਕੇ 'ਚ ਕੋਈ ਵੱਡਾ ਵਧੀਆ ਹਸਪੀਟਲ ਹੈ ਨਹੀਂ। ਤੇ ਚੰਡੀਗੜ੍ਹ ਪੀਜੀਆਈ ਜਾਂ 32 ਸੈਕਟਰ ਜਾਣਾ ਪੈਂਦਾ ਜਾਂ 16 ਸੈਕਟਰ ਜਾਣਾ ਪੈਂਦਾ, ਉੱਥੇ ਬੜਾ ਪ੍ਰੈਸ਼ਰ ਹੈ, ਬਹੁਤ ਬੋਝ ਹੈ ਕੰਮ ਦਾ। ਤੇ 6 ਫੇਜ਼ ਦਾ ਜ਼ਿਲ੍ਹਾ ਹਸਪਤਾਲ ਵੀ ਉਸ ਲੈਵਲ ਦਾ ਨਹੀਂ ਹੈਗਾ। ਤੇ ਹੁਣ ਜਿਹੜੀ ਸੰਗਤ ਦੇ ਸਹਿਯੋਗ ਨਾਲ ਇਹ ਜਿਹੜੀ ਸੰਸਥਾ ਚੱਲੀ ਹੈ, ਤੇ ਇਹ ਲੋਕਾਂ ਨੂੰ, ਇਲਾਕੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਹੋਏਗਾ। ਸਰਕਾਰਾਂ ਉਸ ਤਰੀਕੇ ਦੀ ਸਹੂਲਤਾਂ ਨਹੀਂ ਦੇ ਪਾਈਆਂ। ਔਰ ਜੇ ਆਪਾਂ ਤੁਸੀਂ ਹੁਣ ਦਵਾਈਆਂ ਦੀ ਗੱਲ ਕਰਦੇ ਸੀ, ਮੈਂ ਖੁਦ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਇੱਥੇ ਦਰਜਨਾਂ ਮਰੀਜ਼ ਭੇਜ ਚੁੱਕਿਆ। ਜਿਹੜੀ ਦਵਾਈ MRP 400-500 ਰੁਪਏ ਤੱਕ ਹੈ, ਮੈਂ 20, 30, 40 ਰੁਪਏ ਤੱਕ ਵੀ ਦੇਖੀ ਹੈ ਜੈਨਰਿਕ ਦਾ। ਮਤਲਬ ਇਹਦਾ ਰੇਟ ਵੀ ਬੜਾ ਜਿਹੜਾ ਖਰੀਦ ਰੇਟ 'ਤੇ ਦੇ ਰਹੇ ਆ। ਤੇ 20 ਰੁਪਏ ਜਿਹੜੀ ਫੀਸ ਹੈਗੀ ਇਹਨਾਂ ਦੀ, ਜਿਹੜੀ ਪਰਚੀ ਕੱਟੀ ਜਾਂਦੀ ਹੈ। ਤੇ ਟੈਸਟ ਵੀ ਜਿਹੜੇ ਨਾਰਮਲ ਹੈ। ਇਲਾਕੇ ਦੇ ਲੋਕਾਂ ਨੂੰ ਬਹੁਤ ਲਾਭ ਹੋਏਗਾ। ਬੇਸ਼ੱਕ ਇਹ ਸੰਸਥਾ ਜਿਹੜੀ ਖੜੀ ਕੀਤੀ ਗਈ ਸੀ ਲਵਾਰਸ ਮਰੀਜ਼ਾਂ ਦੇ ਇਲਾਜ ਵਾਸਤੇ, ਉਹਨਾਂ ਨੂੰ ਜਿਹੜੀ ਇਲਾਜ ਤੇ ਆਪਰੇਸ਼ਨ ਜਿਹੜੀ ਸਮੱਸਿਆ ਆਉਂਦੀ ਉਹਦੇ ਵਾਸਤੇ ਖੜੀ ਕੀਤੀ ਗਈ ਸੀ, ਪਰ ਸੰਗਤ ਦੇ ਸਹਿਯੋਗ ਨਾਲ ਇੰਨੀ ਵੱਧ ਫੁੱਲ ਗਈ ਹੈ ਕਿ ਹੋਰ ਲੋਕਾਂ ਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ। ਤੇ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ। ਮੈਂ ਇੱਕ ਗੱਲ ਖਾਸ ਕਹਿਣਾ ਕਿ 80 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਹੋਇਆ ਨਗਰ ਕੌਂਸਲ ਨੇ ਨਕਸ਼ਾ ਪਾਸ ਕਰਾਉਣ ਵਾਸਤੇ, ਤੇ ਕੋਰਟ ਨੇ ਆਰਡਰ ਕੀਤੇ ਹੈ ਕਿ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੋ। ਉਸ ਮਾਮਲੇ 'ਚ ਅਦਾਲਤਾਂ ਨੂੰ ਤੇ ਸਰਕਾਰ ਨੂੰ ਸੋਚਣਾ ਚਾਹੀਦਾ। ਜਿਹੜੇ ਬਿਜਲੀ ਦਾ ਬਿੱਲ ਪੈਂਡਿੰਗ ਹੈ ਉਹਦੇ ਬਾਰੇ ਵੀ ਅਦਾਲਤ ਸਰਕਾਰ ਨੂੰ ਸੋਚਣਾ ਚਾਹੀਦਾ। ਦਾਊ ਸਾਹਿਬ ਜੀ, ਆਪਾਂ ਗੱਲ ਕਰੀਏ ਮਹੱਲਾ ਕਲੀਨਿਕ ਖੋਲੇ ਜਾ ਰਹੇ ਨੇ, ਵੱਡੇ ਹਸਪੀਟਲ ਸਰਕਾਰੀ ਫੇਲ ਹੁੰਦੇ ਜਾ ਰਹੇ ਨੇ ਜੀ। ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀਆਂ ਸੰਸਥਾਵਾਂ ਨੂੰ ਅੱਗੇ ਆ ਕੇ ਜਿਹੜਾ ਹੈ ਲੋਕਾਂ ਦੀ ਸੇਵਾ ਦੇ ਵਿੱਚ ਆਉਣਾ ਚਾਹੀਦਾ ਹੈ? ਦੇਖੋ, ਮੈਂ ਰਾਜਨੀਤਿਕ ਬਿਆਨ ਤਾਂ ਨਹੀਂ ਦੇ ਸਕਦਾ ਇਸ ਮਾਮਲੇ 'ਚ, ਪਰ ਮਹੱਲਾ ਕਲੀਨਿਕ ਜਿੰਨੇ ਕੁ ਮੈਂ ਦੇਖੇ ਇੱਕ ਦੋ,
ਉਹ ਪਹਿਲਾਂ ਡਿਸਪੈਂਸਰੀ ਨਾਲ ਥੋੜ੍ਹਾ ਵਧੀਆ ਲੱਗੇ ਮੈਨੂੰ, ਜਿੱਦਾਂ ਫ੍ਰੀ ਦਵਾਈਆਂ ਮੈਂ ਦੇਖੀਆਂ 1-2। ਬਾਕੀ ਜਿਹੜੇ ਸਰਕਾਰੀ ਹਸਪਤਾਲ ਆ ਉਸ ਲੈਵਲ ਤੇ ਹਲੇ ਨਹੀਂ ਹੈ, ਉਸ ਪਾਸੇ ਵੀ ਸਰਕਾਰ ਨੂੰ ਧਿਆਨ ਦੇਣਾ ਪੈਣਾ। ਡਾਕਟਰ ਸਾਹਿਬ, ਇੱਕ ਜਿਵੇਂ ਕਿ ਇਹ ਸਮਾਜ ਸੇਵਾ ਦਾ ਸਰਕਾਰ ਦਾ ਕੰਮ ਕਰ ਰਹੇ, ਸਰਕਾਰ ਨੇ ਨਾਗਰਿਕਾਂ ਨੂੰ ਸੰਭਾਲਣਾ ਹੈ ਜੀ, ਪਰ ਸਰਕਾਰ ਉਹਨਾਂ ਤੇ ਵੀ ਜੱਜੀਆਂ ਲਾ ਰਹੀ ਹੈ ਕਿ 4 ਵਾਰ ਬਿਜਲੀ ਦਾ ਕਨੈਕਸ਼ਨ ਹੁਣ ਵੀ ਪਰਸੋਂ ਕੱਟ ਦਿੱਤਾ ਗਿਆ ਸੀ ਵਾਰ-ਵਾਰ। ਇਹਦੇ ਬਾਰੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇੱਕ ਸਰਕਾਰ ਤੇ ਟਾਰਗੇਟ ਨਹੀਂ ਕਰਦਾ, ਇਸ ਤੋਂ ਪਹਿਲਾਂ ਵੀ 2-3 ਸਰਕਾਰਾਂ ਰਹੀਆਂ ਹੈ, ਉਹਨਾਂ ਦੇ ਸਮੇਂ ਦੇ ਬਿੱਲ ਪੈਂਡਿੰਗ, ਉਹਨਾਂ ਦੇ ਸਮੇਂ ਦੇ ਕੇਸ ਹੈ। ਇਹ ਸਰਕਾਰ ਦਾ ਇਹ ਕਹਿਣਾ, ਸਾਡੀ ਮੀਟਿੰਗਾਂ ਹੋਈਆਂ ਕਈ ਵਾਰ ਵੀ, ਸਾਨੂੰ ਤਾਂ ਹਲੇ 5-7 ਮਹੀਨੇ ਹੋਏ ਆ, ਸਾਨੂੰ ਥੋੜ੍ਹਾ ਟਾਈਮ ਦਿਓ, ਅਸੀਂ ਕੁਝ ਕਰਾਂਗੇ। ਅਸੀਂ ਲਗਾਤਾਰ ਇਸ ਸਰਕਾਰ ਕੋਲ ਵੀ ਆਵਾਜ਼ ਚੱਕ ਰਹੇ ਹਾਂ ਤੇ ਕਨੈਕਸ਼ਨ ਜੋੜੇ ਵੀ ਗਏ ਸੀ, ਤੁਹਾਨੂੰ ਪਤਾ ਹੋਣਾ, ਉਦੋਂ ਵੀ ਅਸੀਂ ਰੌਲਾ ਪਾਇਆ ਸੀਗਾ ਥੋੜ੍ਹਾ। ਤੇ ਮੈਨੂੰ ਉਮੀਦ ਇਸ ਸਰਕਾਰ ਤੋਂ ਉਮੀਦ ਹੈਗੀ ਇਹਨਾਂ ਸੰਸਥਾਵਾਂ ਦੀ ਮਦਦ ਕਰੇਗੀ ਸਰਕਾਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਇੱਕ ਸਾਨੂੰ ਕੁਰਾਲੀ ਦੇ ਨੇੜੇ ਜਿਹੜੀ ਪ੍ਰਭ ਆਸਰਾ ਸੰਸਥਾ ਪਟਿਆਲੇ ਵਿਖੇ ਜਿਹੜੇ ਲਾਵਾਰਸ ਪ੍ਰਾਣੀਆਂ ਦੀ ਸੇਵਾ ਕਰਦੇ ਨੇ, ਉਹਨਾਂ ਨੇ ਇੱਕ ਸਾਡੇ ਇਲਾਕੇ ਦੇ ਵਿੱਚ ਹੋਰ ਕੁਰਾਲੀ ਦੇ ਨੇੜੇ ਹੀ ਇੱਕ ਸੇਵਾ ਦਾ ਜਿਹੜਾ ਮਹਾਨ ਜਿਹੜਾ ਕੁੰਭ ਇੱਥੇ ਖੁੱਲ੍ਹਿਆ, ਪ੍ਰਭ ਆਸਰਾ ਚੈਰੀਟੇਬਲ ਹੌਸਪੀਟਲ। ਚੱਲਦੇ ਨੂੰ ਤਾਂ ਲਗਭਗ ਮੇਰੇ ਖਿਆਲ 2-2.5 ਸਾਲ ਹੋ ਗਏ। ਜਿਹੜੀ OPD ਇੱਥੇ ਚੱਲਦੀ ਸੀਗੀ, ਪੇਸ਼ੈਂਟ ਵੀ ਆਉਂਦੇ ਜਾਂਦੇ ਸੀ। ਅੱਜ ਜਿਹੜਾ ਵੱਡੀ ਸਾਡੇ ਪ੍ਰਭ ਆਸਰਾ ਦੇ ਥਰੂ ਜਿਹੜੇ ਸਾਡੇ ਇਲਾਕੇ ਨੂੰ ਅੱਜ ਵੱਡਾ ਮਾਣ ਜਿਹੜਾ ਮਹਿਸੂਸ ਹੋਇਆ। ਅਸੀਂ ਵੀ ਇਸ ਇਲਾਕੇ 'ਚ ਰਹਿੰਦੇ, ਅਸੀਂ ਵਿਚਰਦੇ ਹਾਂ, ਜਾਂ ਕੋਈ ਵੀ ਦਿੱਕਤ ਜਾਂ ਕੋਈ ਪਰੇਸ਼ਾਨੀ, ਜਾਂ ਸਾਡੇ ਇੱਥੇ ਕਿਸੇ ਰੋਡ, ਇੱਥੇ ਸਾਡੇ ਆਲੇ ਦੁਆਲੇ ਬਹੁਤ ਵੱਡੇ ਵੱਡੇ ਹਾਈਵੇ ਵਗਦੇ ਨੇ, ਕਿਸੇ ਵੀ ਨੂੰ ਕਿਸੇ ਇੱਦਾਂ ਦੀ ਪ੍ਰੋਬਲਮ ਆਉਂਦੀ ਸੀ ਪ੍ਰਾਣੀ ਨੂੰ ਵੀ ਇਹਨੂੰ ICU 'ਚ ਰੱਖਣਾ ਪਊਗਾ, ਜਾਂ ਕਰੋਨਾ ਮਹਾਮਾਰੀ ਦੇ ਦੌਰਾਨ ਵੀ ਬਹੁਤ ਸਾਰੇ ਪ੍ਰਾਣੀ ਸਾਡੇ ਰੁੜ ਕੇ ਸੜਕਾਂ 'ਤੇ ਸਾਨੂੰ ਦੇਖਣ ਦਾ ਮੌਕਾ ਮਿਲਿਆ ਵੀ ICU ਦੇ ਕਾਰਨ ਆਕਸੀਜਨ ਦੀ ਕਮੀ ਆਈ ਸੀਗੀ ਜਿਹੜੀ ਸਾਡੇ ਇਲਾਕੇ 'ਚ। ਇਹ ਇੱਥੇ ਮੇਰਾ ਖਿਆਲ ਹੈ ਵੀ ਨਵਾਂ ਸ਼ਹਿਰ ਤੋਂ ਲੈ ਕਰਕੇ ਜੇ ਕਿਤੇ ਕੋਈ ਕਿਸੇ ਪ੍ਰਾਣੀ ਨੂੰ ਆਉਣਾ ਪੈਂਦਾ ਤਾਂ ਸਿੱਧਾ ਚੰਡੀਗੜ੍ਹ ਜਾਣਾ ਪੈਂਦਾ ਸੀਗਾ। ਇਹ ਜਿਹੜਾ ਅੱਜ ਸੇਵਾ ਦਾ ਮਹਾਨ ਕੁੰਭ ਭਾਈ ਸ਼ਮਸ਼ੇਰ ਸਿੰਘ ਦੀ ਇਹ ਪਟਿਆਲਾ, ਇਹਨਾਂ ਦੀ ਸਮੁੱਚੀ ਟੀਮ ਵੱਲੋਂ ਸਾਡੇ ਇਲਾਕੇ ਦੇ ਵਿੱਚ ਜਿਹੜਾ ਕਾਰਜ ਇਹ ਆਰੰਭਿਆ ਗਿਆ। ਅੱਜ ਇੱਥੇ ਮੈਂ ਹੁਣੀ ਦੇਖਿਆ ਵੀ ICU ਦੇ ਵੀ 6-7 ਬੈੱਡ ਜਿਹੜੇ ਬਣ ਕੇ ਤਿਆਰ, ਜਿਹੜੇ ਅੱਜ ਉਹਨਾਂ ਦਾ ਉਦਘਾਟਨ ਹੋ ਗਿਆ। ਅੱਖਾਂ ਦਾ ਕੈਂਪ ਵੀ ਸੀਗਾ ਤੇ ਹੋਰ ਜਿਹੜੀ ਐਡਵਾਂਸ ਟੈਕਨੋਲੋਜੀ ਜਿਹੜੀ ਉਹਦੀਆਂ ਮਸ਼ੀਨਾਂ ਇੱਥੇ, ਲੇਬਰ ਵੱਡੇ ਆਪਰੇਸ਼ਨ ਜਿਹੜੇ ਸਾਡੀਆਂ ਆਮ ਬੱਚੀਆਂ ਲੇਡੀਜ਼ ਨੂੰ ਡਿਲੀਵਰੀ ਦੇ ਟਾਈਮ ਵੱਡੇ ਆਪਰੇਸ਼ਨਾਂ ਦੇ ਵਾਸਤੇ ਇੱਥੇ PGI ਰੈਫਰ ਕਰਨਾ ਪੈਂਦਾ ਸੀਗਾ, ਉਹ ਵੀ ਸੁਵਿਧਾ ਜਿਹੜੀ ਅੱਜ ਇੱਥੇ ਉਹ ਸ਼ੁਰੂ ਹੋ ਗਈ ਸੀ। ਮੁਬਾਰਕਬਾਦ ਦਿੰਦੇ ਸਮੁੱਚੇ ਟੀਮ ਨੂੰ, ਪ੍ਰਭ ਆਸਰੇ ਜਿਹੜਾ ਇਸ ਸਾਡੇ ਇਲਾਕੇ 'ਚ ਇੰਨਾ ਵੱਡਾ ਜਿਹੜਾ ਸੇਵਾ ਦਾ ਮਹਾਨ ਕੁੰਭ ਇਹਨਾਂ ਦੇ ਯਤਨਾਂ ਦੇ ਸਦਕਾ ਸਾਡੇ ਇਲਾਕੇ 'ਚ ਹੋਇਆ। ਮੈਂ ਪਰਮਾਤਮਾ ਸੱਚੇ ਪਾਤਸ਼ਾਹ, ਮੈਂ ਕਹਿੰਦਾ ਵੀ ਇਹਨੀ ਸਮੁੱਚੀ ਟੀਮ ਨੂੰ ਇਸੇ ਤਰ੍ਹਾਂ ਪਰਮਾਤਮਾ ਚੜ੍ਹਦੀਆਂ ਕਲਾਂ ਬੁਲੰਦੀਆਂ 'ਚ ਰੱਖੇ, ਤਾਂ ਕਿ ਜਿਹੜੇ ਸਾਡਾ ਇਲਾਕਾ ਨਹੀਂ, ਦੇਸ਼ ਵਿਦੇਸ਼ ਦੇ ਪ੍ਰਾਣੀ, ਇਹ ਲਾਵਾਰਸ ਪ੍ਰਾਣੀ ਇੱਥੇ ਪ੍ਰਭ ਆਸਰੇ ਪੁੱਜ ਰਹੇ ਨੇ, ਉਹਨਾਂ ਦੀ ਸੇਵਾ ਵਾਸਤੇ ਇਹ ਬਹੁਤ ਵੱਡਾ ਜਿਹੜਾ ਸਾਡੇ ਇਲਾਕੇ ਵਾਸਤੇ ਇਸ ਸੇਵਾ ਦਾ ਮਹਾਨ ਕੁੰਭ ਇੱਥੇ ਹੋਇਆ। ਅੱਜ ਖੂਨਦਾਨ ਕੈਂਪ ਵੀ ਸੀਗਾ, ਪ੍ਰਾਣੀਆਂ ਨੇ ਬਹੁਤ ਸਾਰਿਆਂ ਨੇ ਖੂਨਦਾਨ ਵੀ ਕੀਤਾ। ਅੱਖਾਂ ਦਾ ਕੈਂਪ ਵੀ ਚੱਲਿਆ, ਮੈਂ ਦੇਖਿਆ 200-300 ਦੇ ਕਰੀਬ ਜਿਹੜੇ ਹੇਠਾਂ ਪੇਸ਼ੈਂਟ ਵਗੈਰਾ ਉਹਨਾਂ ਦੀ ਐਡਮਿਸ਼ਨ ਹੋ ਚੁੱਕੀ, ਉਹਨਾਂ ਦਾ ਵੀ ਆ ਜਿਹੜਾ ਚੱਲ ਰਿਹਾ ਦੇਖ ਰੇਖ ਦਾ ਨੀਚੇ ਪ੍ਰਬੰਧ। ਬਹੁਤ ਵੱਡੀ ਜਿਹੜੀ ਸੇਵਾ, ਮੈਂ ਸਮੁੱਚੇ ਇਲਾਕੇ ਨੂੰ, ਸਮਾਜ ਸੇਵੀਆਂ ਨੂੰ, ਜਿੰਨੇ ਸਾਡੇ ਪ੍ਰਾਣੀ, ਉਹਨਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਸਾਨੂੰ ਜਿਹੜੀ ਪ੍ਰਭ ਆਸਰਾ ਇਸ ਸੰਸਥਾ ਇੱਥੇ ਆ ਕੇ ਸਾਨੂੰ ਜ਼ਰੂਰ ਇੱਕ ਵਾਰ ਦੇਖਣਾ ਵੀ ਚਾਹੀਦਾ। ਜਿਹੜੇ ਪ੍ਰਾਣੀ ਰਹਿੰਦੇ ਨੇ ਉਹਨਾਂ ਨੂੰ ਮਿਲਣਾ ਵੀ ਚਾਹੀਦਾ, ਤੇ ਕਿ ਉਹਨਾਂ ਦੀ ਜਿਹੜੀ ਉਹਨਾਂ ਦੀ ਮਾਨਸਿਕਤਾ, ਜੇ ਅਸੀਂ ਕਿਤੇ ਆ ਕਰਕੇ ਉਹਨਾਂ ਨੂੰ ਮਿਲਦੇ ਹਾਂ, ਉਹਨਾਂ ਨੂੰ ਪ੍ਰਾਣੀਆਂ ਨੂੰ ਇੱਕ ਹੌਸਲਾ ਅਫਜ਼ਾਈ ਹੁੰਦੀ ਮਿਲਦੀ। ਮੈਂ ਸਾਰੇ ਜਿਹੜੇ ਸਾਡੇ ਇਲਾਕੇ ਦੇ ਪਦਵੰਤੇ ਸੱਜਣ ਨੇ, ਰਾਜੇ ਪੁੱਜੇ ਪਰਿਵਾਰ ਨੇ, ਉਹਨਾਂ ਕੋਲ ਜ਼ਰੂਰ ਇੱਥੇ ਆ ਕਰਕੇ ਇੱਕ ਤੁਸੀਂ ਪ੍ਰਭ ਆਸਰਾ ਜ਼ਰੂਰ ਸੰਸਥਾ 'ਚ ਗੇੜਾ ਵੀ ਲਓ, ਮਦਦ ਵੀ ਸਾਡੀ ਕਰਨੀ ਸਭ ਦਾ ਇਹ ਇਨਸਾਨ ਦੇ ਨਾਤੇ ਫਰਜ਼ ਬਣਦਾ। ਮੈਂ ਵਧਾਈ ਦਿੰਦਾ ਸਮੁੱਚੀ ਟੀਮ ਨੂੰ। ਅੱਜ ਇਹਨਾਂ ਨੇ ਮੈਨੂੰ ਵੀ, ਦਾਸ ਨੂੰ ਵੀ ਮਾਣ ਬਖਸ਼ੇ ਤੇ ਆ ਕਰਕੇ ਦੇਖਣ ਦਾ ਮੌਕਾ ਮਿਲਿਆ। ਅਸੀਂ ਆਉਂਦੇ ਰਹੀਦਾ ਅੱਗੇ ਤਾਂ ਇੱਧਰ ਪ੍ਰਭ ਆਸਰਾ ਦੇ ਵਿੱਚ, ਲੇਕਿਨ ਅੱਜ ਜਿਹੜਾ ਇੱਧਰ ਚੈਰੀਟੇਬਲ ਜਿਹੜਾ ਹੌਸਪੀਟਲ ਦਾ ਅੱਜ ਕਾਰਜ ਸ਼ੁਰੂ ਹੈ, ਉੱਥੇ ਵੀ ਅੱਜ ਆਉਣ ਦਾ ਮੌਕਾ ਮਿਲਿਆ। ਜੋ ਭਾਈ ਸਾਹਿਬ ਸਾਨੂੰ ਹੁਕਮ ਲਾਉਣਗੇ, ਅਸੀਂ ਤਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਵੀ ਹੁਕਮ ਸਮੁੱਚੀ ਟੀਮ ਦਊਗਾ, ਸਾਨੂੰ ਪ੍ਰਵਾਨ ਹੈ। ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੀਆਂ ਜ਼ਿੰਮੇਵਾਰੀਆਂ ਬਾਜਵਾ ਸਾਹਿਬ ਸਰਕਾਰ ਨੂੰ ਨਿਭਾਉਣੀਆਂ ਚਾਹੀਦੀਆਂ ਹੈ, ਉਹ ਇਸ ਸੰਸਥਾ ਵੱਲੋਂ ਨਿਭਾਈਆਂ ਜਾ ਰਹੀਆਂ ਹੈ। ਉਲਟਾ ਇਸ ਸੰਸਥਾ ਦੇ ਉੱਤੇ ਹੀ ਜਿਹੜੇ ਵੱਡੇ ਟੈਕਸ ਲਾਏ ਜਾ ਰਹੇ ਨੇ। ਪਿਛਲੇ ਦਿਨੀ ਵੱਡਾ ਜਿਹੜਾ ਬਿੱਲ ਟੈਕਸ ਦੇ ਰਾਹੀਂ ਪ੍ਰਭ ਆਸਰਾ ਸੰਸਥਾ ਨੂੰ ਆਇਆ, ਗ੍ਰਿਫਤਾਰੀ ਤੱਕ ਦੀ ਵੀ ਜਿਹੜੀ ਗੱਲ ਕਹੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਸਰਕਾਰ ਦੀ ਇਸ ਕਾਰਗੁਜ਼ਾਰੀ? ਦੇਖੋ, ਸਰਕਾਰਾਂ ਦੀ ਜਿਹੜੀ ਇੱਦਾਂ ਦੀਆਂ ਸੰਸਥਾਵਾਂ ਨੇ, ਜੋ ਸਾਡੀ ਸ਼੍ਰੋਮਣੀ ਕਮੇਟੀ, ਜਿਹੜੀਆਂ ਵੱਡੀਆਂ ਸਰਕਾਰਾਂ ਸੰਸਥਾਵਾਂ ਜੋ ਕਾਰਜ ਨਹੀਂ ਕਰ ਸਕੀਆਂ, ਲਾਵਾਰਸ ਪ੍ਰਾਣੀਆਂ ਨੂੰ ਸਾਂਭਦੀਆਂ ਨਹੀਂ, ਉਹ ਕਾਰਜ ਜਿਹੜਾ ਇਹ ਪ੍ਰਭ ਆਸਰਾ ਜਿਹੜੀ ਸੰਸਥਾ ਕਰ ਰਹੀ ਹੈ, ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਜਿਹੜੀ ਇਹਨਾਂ ਦੀ ਸਮੱਸਿਆਵਾਂ ਦਾ ਉਹ ਜਿਹੜਾ ਹੱਲ ਕਰਨਾ ਚਾਹੀਦਾ। ਪਿੱਛੇ ਵੀ ਆ ਲੋਹੜੀ ਦੇ ਫੰਕਸ਼ਨ ਨੂੰ ਅਸੀਂ
ਇੱਥੇ ਲਾਵਾਰਸ ਪ੍ਰਾਣੀ ਦੇ ਨਾਲ ਜਿਹੜੀ ਲੋਹੜੀ ਸੈਲੀਬ੍ਰੇਸ਼ਨ ਅਸੀਂ ਕੀਤੀ ਸੀਗੀ, ਉਸ ਦਿਨ ਵੀ ਇਹ ਬੜਾ ਜਿਹੜਾ ਮੁੱਦਾ ਜ਼ੋਰ ਸ਼ੋਰ ਨਾਲ ਹੋਰ ਵੀ ਸਾਡੇ ਇਲਾਕੇ ਦੇ ਸਮਾਜ ਸੇਵੀ ਜਿਹੜੇ ਹੈਗੇ ਉਹ ਚੱਕ ਰਹੇ ਨੇ। ਸਰਕਾਰ ਨੂੰ ਮੈਂ ਆਪਣੇ ਰਾਹੀਂ ਬੇਨਤੀ ਕਰੂੰਗਾ ਵੀ ਜਿਹੜੇ ਪ੍ਰਭ ਆਸਥਾ ਦੀ ਜਿੰਨੀ ਵੀ ਜਿਹੜੀਆਂ ਸਮੱਸਿਆਵਾਂ, ਇੱਕ ਬਹੁਤ ਵੱਡਾ ਸਰਕਾਰ ਨੂੰ ਆਪ ਆਪਣੇ ਨੁਮਾਇੰਦੇ ਭੇਜ ਕਰਕੇ, ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਆਪਣੇ ਨੁਮਾਇੰਦੇ ਨੂੰ ਭੇਜ ਕੇ ਇੱਥੇ ਵਿਜ਼ਿਟ ਕਰਨਾ ਚਾਹੀਦਾ, ਦੇਖਣਾ ਚਾਹੀਦਾ ਜਿਹੜਾ ਅੱਜ ਸੇਵਾ ਦਾ ਜਿਹੜਾ ਮਹਾਨ ਕੁੰਭ ਹੈ, ਜਿਹੜੇ ਲਾਵਾਰਸ ਪ੍ਰਾਣੀਆਂ ਨੂੰ ਸਾਨੂੰ ਆਮ ਮੈਂ ਦੇਖਦਾ ਵੀ ਘਰਾਂ 'ਚ ਸਾਡਾ ਕੋਈ ਬਜ਼ੁਰਗ ਗਿਆ, ਕੋਈ ਮਾਂ ਭੈਣ ਕੋਈ ਭਰਾ ਕੋਈ ਘਰ 'ਚ ਢਿੱਲਾ ਹੋ ਜਾਵੇ, ਉਹਨੂੰ ਉਹਦੀ ਟੇਕ ਕੇਅਰ ਕਰਨੀ ਬੜੀ ਔਖਾ ਕੰਮ ਹੈ। ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਜਿਹੜੇ ਪ੍ਰਾਣੀ ਇੱਦਾਂ ਦੇ ਰਹਿ ਰਹੇ ਨੇ। ਇਹ ਤਾਂ ਸਾਡਾ ਸਮਾਜਿਕ ਤੌਰ 'ਤੇ ਸਾਡਾ ਜਿਹੜਾ ਫਰਜ਼ ਬਣਦਾ ਵੀ ਜਿਹੜੀ ਇਹਨਾਂ ਦੀ ਸਮੱਸਿਆ ਨੂੰ ਸਾਨੂੰ ਜਿਹੜਾ ਹੱਲ ਕਰਨਾ ਚਾਹੀਦਾ। ਜੇਕਰ ਗੱਲ ਕਰੀਏ ਕੁਰਾਲੀ ਸ਼ਹਿਰ ਦੇ ਵਿੱਚ ਕਈ ਵੱਡੇ ਹਸਪੀਟਲ ਨੇ, ਉਹ ਵੀ ਧੜਾ ਧੜ ਭਰੇ ਹੋਏ ਨੇ। ਦੂਜੇ ਪਾਸੇ ਜਿਹੜਾ ਸਰਕਾਰੀ ਹਸਪੀਟਲ ਹੈ ਉਸ ਨੂੰ ਚਲਾਉਣ ਲਈ ਸਰਕਾਰ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪਿਛਲੇ ਦਿਨੀ ਜਿਹੜੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਵਿਜ਼ਿਟ ਕੀਤਾ ਸੀ, ਕੀ ਲੱਗਦਾ ਹੈ ਕੋਈ ਫਰਕ ਪਵੇਗਾ ਜਾਂ ਫਿਰ ਇਸੇ ਤਰ੍ਹਾਂ ਜਿਹੜੀਆਂ ਬਾਕੀ ਸੰਸਥਾਵਾਂ ਉਹਨਾਂ ਨੂੰ ਆਪਣੀ ਜਿਹੜਾ ਸਹਿਯੋਗ ਦਿੰਦੇ ਰਹਿਣਗੇ? ਦੇਖੋ, ਸਰਕਾਰੀ ਹਸਪਤਾਲ ਦਾ ਤਾਂ ਆਪਾਂ ਬੜੀ ਦੇਰ ਤੋਂ ਜਿਹੜਾ ਕੁਰਾਲੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਤੁਸੀਂ ਵੀ ਸਾਰੇ ਇੱਥੇ ਨੇੜੇ ਤੇੜੀ ਇਲਾਕੇ ਨਾਲ ਸੰਬੰਧਿਤ ਹੋ। ਵੀ ਜਿਹੜੀਆਂ ਸਰਕਾਰਾਂ ਦੇ ਕੰਮ, ਪਿਛਲੀਆਂ ਸਰਕਾਰਾਂ 'ਚ ਵੀ ਵੱਡੇ ਵੱਡੇ ਦਾਅਵੇ ਮੈਂ ਦੇਖਦਾ ਵੀ ਨਾਲ ਚੰਡੀਗੜ੍ਹ ਦੇ ਬਿਲਕੁਲ ਇੱਥੇ ਤਾਂ ਮੈਂ ਦੇਖਿਆ ਵੀ ਜਿਹੜਾ ਸਾਡਾ ਕੁਰਾਲੀ ਹਸਪਤਾਲ ਕਿਸੇ ਨੂੰ ਝੀਟ ਵੀ ਆ ਜਾਵੇ ਉਹ ਪੱਟੀ ਕਰਨੀ ਵੀ ਨਹੀਂ ਮੁਨਾਸਬ ਸਮਝਦੇ, ਵੀ ਸਿੱਧਾ ਜਿਹੜਾ ਰੈਫਰ ਟੂ PGI, ਰੈਫਰ ਟੂ 32 ਸੈਕਟਰ। ਲੇਕਿਨ ਇਹ ਜਿਹੜਾ ਪ੍ਰਬੰਧ ਇਸ ਸੰਸਥਾ ਨੇ ਮੈਂ ਦੇਖਿਆ ਜਿਹੜਾ ਅੱਜ ਆ ਕਰਕੇ ਜਿਹੜਾ ਇਹ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਪ੍ਰਭ ਆਸਥਾ ਜਿਹੜੀ ਸੰਸਥਾ ਨੇ ਸਾਡੇ ਇਲਾਕੇ 'ਚ ਇਹ ਸ਼ੁਰੂ ਕਰਿਆ। ਜੇ ਸਰਕਾਰਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ। ਜਿਹੜਾ ਸਰਕਾਰੀ ਹਸਪਤਾਲ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮੈਂ ਦੇਖਿਆ ਸਰਕਾਰੀ ਹਸਪਤਾਲ ਦੇ ਨਾਲ ਤਾਂ ਉੱਥੇ ਗੰਦਾ ਪਾਣੀ, ਕਿੱਦਾਂ ਮੱਛਰ ਮੱਖੀਆਂ ਕਿੱਦਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ। ਜਿਹੜਾ ਸਰਕਾਰ ਦੇ ਕਾਰਜ ਕਰਨੇ ਵਾਲੇ ਉਹ ਨਹੀਂ ਉਸ ਲੈਵਲ ਦੇ ਪ੍ਰਬੰਧ ਹੋ ਰਹੇ। ਲੇਕਿਨ ਸਾਨੂੰ ਜਿਹੜੀਆਂ ਸੰਸਥਾਵਾਂ ਕਰ ਰਹੀਆਂ ਉਹਨਾਂ ਦੀ ਸਾਨੂੰ ਸਾਡੀ ਜ਼ਿੰਮੇਵਾਰੀ ਬਣਦੀ, ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹ ਅਜੇ ਇਸ ਤਰ੍ਹਾਂ ਬੋਲਣਾ ਪੈਂਦਾ, ਸਰਕਾਰੀ ਤੰਤਰ ਕਿਉਂ ਫੇਲ ਹੁੰਦਾ ਨਜ਼ਰ ਆ ਰਿਹਾ ਹੈ? ਗਲਤ ਨੀਅਤ ਦੀ ਹੈ ਜੀ। ਜਿਹੜੀ ਨੀਅਤ ਨੂੰ ਮੁਰਾਦਾਂ ਸੱਚੀ ਨੀਅਤ ਹੋਏਗੀ ਤਾਂ ਸਾਡੇ ਕੰਮ ਸਹੀ ਹੋਣਗੇ। ਜੇ ਸਾਡੀਆਂ ਸਰਕਾਰ ਦੇ ਜਿਹੜੇ ਵੀ ਸਾਡੇ ਜ਼ਿੰਮੇਵਾਰ ਅਧਿਕਾਰੀ ਨੇ, ਅਗਰ ਉਹ ਨੀਅਤ ਸਾਫ਼ ਨਾਲ ਕੰਮ ਕਰਨ ਤਾਂ ਨੀਤੀ ਵਧੀਆ ਬਣ ਸਕਦੀ ਹੈ। ਔਰ ਅੱਜ ਜੇ ਆਪਣੇ ਸਮਾਜ ਦੇ ਵਿੱਚ ਸੰਸਥਾਵਾਂ ਦਾ ਜਨਮ ਹੋ ਰਿਹਾ, ਉਹਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ ਸਰਕਾਰੀ ਜਿਹੜਾ ਜੰਤਰ ਤੰਤਰ ਮੰਤਰ ਹੈਗਾ ਉਹ ਉਲਝ ਗਿਆ ਕਿਸੇ ਨਾ ਕਿਸੇ ਚੱਕਰ ਦੇ ਵਿੱਚ, ਤੇ ਨੀਅਤ ਸਾਫ਼ ਨਾ ਹੋਣ ਕਰਕੇ। ਤੇ ਜਿਵੇਂ ਤਾਂ ਆਪ ਜੀ ਨੂੰ ਪਤਾ ਹੈ ਕਿ ਮੈਂ ਪੰਜਾਬ ਪੁਲਿਸ ਜੌਬ ਕੀਤੀ ਹੈ ਬਹੁਤ ਲੰਬੀ ਚੌੜੀ, ਤੇ ਉਸ ਦੇ ਵਿੱਚ ਵੀ ਅਸੀਂ ਜਿਹੜੀ ਸਜ਼ਾ ਦਿੰਦੇ ਸੀ ਕਿਸੇ ਨੂੰ, ਜਿਹੜਾ ਬੰਦਾ ਆਪਣੇ ਕੰਮ ਨੂੰ ਪ੍ਰੋਪਰ ਨਹੀਂ ਕਰਦਾ, ਜਿਸ ਨੇ ਆਪਣੀ ਡਿਊਟੀ ਨਹੀਂ ਕੀਤੀ, ਤਾਂ ਉਹਦੇ ਖਿਲਾਫ ਕਾਰਵਾਈ ਹੁੰਦੀ ਸੀਗੀ। ਤੇ ਅਗਰ ਅੱਜ ਸਮਾਜ ਦੇ ਵਿੱਚ ਜਿਹੜੇ ਸੋਸ਼ਲ ਆਪਣਾ ਸਿਕਿਉਰਿਟੀ ਹੈਗੇ ਨੇ, ਸੋਸ਼ਲ ਸਿਕਿਉਰਿਟੀ ਵਾਲੇ, ਜਾਂ ਜਿਹਨਾਂ ਨੂੰ ਬਣਦਾ ਹੈ ਵੀ ਇਹਨਾਂ ਨੂੰ ਬੱਚਿਆਂ ਨੂੰ ਸੰਭਾਲਣਾ, ਅਪਾਹਜ ਬੱਚਿਆਂ ਨੂੰ ਜਾਂ ਲਵਾਰਸ ਲੋਕਾਂ ਨੂੰ ਸੰਭਾਲਣਾ, ਉਹ ਡਿਪਾਰਟਮੈਂਟ ਬੁਰੀ ਤਰ੍ਹਾਂ ਫੇਲ ਹੈਗਾ। ਤੇ ਜਦ ਕਿ ਆਪਣਾ ਕੋਰਟ ਦੀ, ਜੱਜਾਂ ਦੀ ਜਾਂ ਸੁਪਰੀਮ ਪਾਵਰ ਜਿਹੜੀਆਂ ਹੈਗੀਆਂ ਡਿਊਟੀ ਬਣਦੀ ਹੈ ਕਿ ਉਸ ਡਿਪਾਰਟਮੈਂਟ ਨੂੰ ਸਜ਼ਾ ਦੇਣ ਜੇ ਉਹ ਆਪਣੀ ਡਿਊਟੀ ਨਹੀਂ ਪ੍ਰੋਪਰ ਨਿਭਾ ਰਹੇ, ਕਿਉਂਕਿ ਉਹਨਾਂ ਕੋਲ ਫੰਡ ਵੀ ਹੈਗੇ ਨੇ, ਸਭ ਕੁਝ ਦਿੱਤਾ ਜਾ ਰਿਹਾ ਉਹਨਾਂ ਨੂੰ, ਉਹ ਆਪਣੀ ਡਿਊਟੀ 'ਚ ਬੁਰੀ ਤਰ੍ਹਾਂ ਫੇਲ ਨੇ। ਇਸ ਕਰਕੇ ਹੀ ਇਸ ਸੰਸਥਾ ਦਾ ਜਿਹੜਾ ਜਨਮ ਹੋਇਆ। ਔਰ ਸਭ ਤੋਂ ਪਹਿਲਾਂ ਜਿਹੜਾ ਐਕਸ਼ਨ ਲੈਣਾ ਬਣਦਾ ਹੈ ਉਹ ਬਣਦਾ ਉਹਨਾਂ ਦੇ ਉੱਪਰ ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ, ਨਾ ਕਿ ਪ੍ਰਭ ਆਸਰੇ ਦੇ ਉੱਪਰ। ਕਿ ਪ੍ਰਭ ਆਸਰਾ ਤਾਂ ਆਪਣੇ ਐਜ਼ ਏ ਹਿਊਮਨ ਬੀਇੰਗ ਲੋਕਾਂ ਦੀ ਮਦਦ ਨਾਲ ਇਸ ਬੱਚਿਆਂ ਨੂੰ ਜਿਹੜਾ ਸਮਾਜ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ। ਤੇ ਜਿਹੜਾ ਐਕਸ਼ਨ ਹੋਣਾ ਚਾਹੀਦਾ, ਨਾ ਕਿ ਜਿਹੜੇ ਵਾਰੰਟ ਹੈਗੇ ਆ ਪ੍ਰਭ ਆਸਰਾ ਨੂੰ ਕੱਢਣੇ ਚਾਹੀਦੇ ਆ, ਤੇ ਜਿਹੜੇ ਵਾਰੰਟ ਹੈ ਉਹ ਸੋਸ਼ਲ ਸਿਕਿਉਰਿਟੀ ਅਫਸਰਾਂ ਨੂੰ ਕੱਢਣੇ ਚਾਹੀਦੇ ਆ ਵੀ ਉਹ ਡਿਊਟੀ 'ਚ ਫੇਲ ਕਿਉਂ ਆਪਣੀ 'ਚ। ਤੇ ਅੱਜ ਕਿਹੜੇ ਐਕਟੀਵਿਟੀ ਸਟਾਰਟ ਹੋ ਰਹੇ ਨੇ ਜੀ ਪ੍ਰਭ ਆਸਰਾ ਦੇ ਵਿੱਚ? ਅੱਜ ਜਿਹੜਾ ਹੈਗਾ ਤਾਂ ਇੱਕ ਤਾਂ ICU ਦਾ, ਜਿਹੜੇ ਇੱਥੇ ਬਹੁਤ, ਜਿਵੇਂ ਵੀਰ ਜੀ ਨੇ ਪਹਿਲਾਂ ਦੱਸਿਆ ਵੀ ਨਵਾਂ ਸ਼ਹਿਰ ਤੋਂ ਲੈ ਕੇ ਜੇ ਚੰਡੀਗੜ੍ਹ ਦੀ ਗੱਲ ਕਰੀਏ ਵੀ ਇਸ ਏਰੀਏ 'ਚ ਕਿਤੇ ਵੀ ਇਹ ਆਪਣਾ ICU ਦਾ ਸੈਂਟਰ ਨਹੀਂ ਸੀਗਾ, ਉਹ ਸ਼ੁਰੂਆਤ ਹੋ ਗਈ ਹੈ, ਜਿਹੜੀ ਕਿ ਬਹੁਤ ਇੱਥੇ ਲੋਕਾਂ ਨੂੰ ਸਾਡੇ ਨੂੰ ਮਦਦ ਮਿਲੇਗੀ। ਤੇ ਦੂਸਰਾ ਆਪਰੇਸ਼ਨ ਥੀਏਟਰ, ਡਿਲੀਵਰੀ ਦੇ ਸੰਬੰਧ 'ਚ ਜਿਹੜੀ ਸਾਡੀ ਬੀਬੀਆਂ ਭੈਣਾਂ ਨੂੰ ਦੂਰ ਜਾਣਾ ਪੈਂਦਾ ਸੀਗਾ, ਉਹ ਵੀ ਇੱਥੇ ਹੋਏਗਾ। ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਆਮ ਹਸਪਤਾਲ ਜਿਹੜਾ ਸੁਣਿਆ ਗਿਆ ਸਾਡੇ ਵੱਲੋਂ ਕਿ ਜਿੰਨੀ ਕੁ ਲੋੜ ਹੁੰਦੀ ਹੈ ਉਸ ਤੋਂ ਜ਼ਿਆਦਾ ਮਾਤਰਾ ਆਪਰੇਸ਼ਨ ਹੋ ਜਾਂਦੇ ਆ ਜਾਂ ਜ਼ਿਆਦਾ ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਤਾਂ ਜਾਂ ਗਲਤ ਮਿਸਗਾਈਡ ਕਰਕੇ ਲੋਕਾਂ ਨੇ ਇੱਕ ਧੰਦਾ ਬਣਾਇਆ ਹੋਇਆ, ਉਸ ਚੀਜ਼ ਨੂੰ ਬਹੁਤ ਵੱਡੀ ਠੱਲ ਪਏਗੀ ਇੱਥੇ ਇਸ ਹਸਪੀਟਲ ਦੇ ਰਾਹੀਂ।